किसान दिल्ली दे सिंधु बॉर्डर तक पहुंच चुके ने ते हुण अगे जाण दी जिहड़ी रणनीति तैयार की जा रही है। ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਇਸ ਵੇਲੇ ਇੱਥੇ ਇਕਜੁੱਟ ਹੋਏ ਪਏ ਨੇ ਤੇ ਵੱਖਰੀ ਵੱਖਰੀ ਜਿਹੜੀ ਕਿਸਾਨ ਜਥੇਬੰਦੀਆਂ ਉਹ ਵੀ ਇੱਥੇ ਪਹੁੰਚ ਚੁੱਕੀ ਹੈ। ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਸਿੰਧੂ ਬਾਰਡਰ ਦੀ ਤਸਵੀਰ ਹੈ। ਸਾਡੇ ਨਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਹੈ ਕਿ ਗੱਲ ਕਰਦੇ ਆ ਇਹਨਾਂ ਨਾਲ ਕਿ ਹੁਣ ਅੱਗੇ ਦਾ ਕੀ ਜਿਹੜੀ ਰਣਨੀਤੀ ਇੱਥੇ ਤਿਆਰ ਕੀਤੀ ਗਈ ਹੈ क्योंकि अगे रोकया जाएगा। लखोवाल जी हुण की प्लान हैगा कि हुण तुहानूं अगे जाने दी परमिशन दे दी गई निरंकारी पाबंदी कि उत्थे तुसीं अगे जाओगे डेरा उत्थे लाया जाएगा? नहीं, साडी ना मीटिंग चल रही आ जथेबंदियां दी। ਜਿਹੜੀਆਂ ਜਥੇਬੰਦੀਆਂ ਜੋ ਫੈਸਲਾ ਲੈਣਗੀਆਂ ਉਹਦੇ ਮੁਤਾਬਕ ਅਸੀਂ ਚੱਲਾਂਗੇ। ਸਾਡਾ ਅੱਗੇ ਜਾਣ ਦਾ ਕੋਈ ਇਰਾਦਾ ਨਹੀਂ, ਅਸੀਂ ਜਾਂ ਤਾਂ ਇੱਥੇ ਹੀ ਡਟਾਂਗੇ ਤੇ ਉਹ ਪਰ ਜਿਹੜਾ ਜਥੇਬੰਦੀਆਂ ਦਾ ਫੈਸਲਾ ਉਹ ਸਿਰ ਮੱਥੇ ਆ ਤੇ ਹੋਰ ਅਜੇ ਕੁਝ ਨਹੀਂ ਅਸੀਂ ਕਹਿ ਸਕਦੇ ਇਹਦੇ ਬਾਰੇ। ਤੇ ਕਿੰਨੀ ਕੁ ਗਿਣਤੀ ਹੋਣੀ ਤੁਹਾਡੇ ਹਿਸਾਬ ਨਾਲ ਜਿਹੜੀ ਇੱਥੇ ਪਹੁੰਚੀ ਹੈ? ਲੱਖਾਂ ਨੇ ਜੀ। ਤਾਂ ਟਰੈਕਟਰ ਸਾਡੇ ਆ ਰਹੇ ਆ, ਕੋਈ ਕਰਨਾਲ ਆ ਰਿਹਾ, ਕੋਈ ਅੰਬਾਲੇ ਆ ਰਿਹਾ। ਇਹ ਤਾਂ ਪੰਜਾਬ ਤੋਂ ਹੋਰ ਗੱਡੀਆਂ ਤੁਰ ਪਈਆਂ ਨੇ, ਮਗਰ ਕਿਸੇ ਬੱਚਾ ਜਾਂ ਬੰਦਾ ਕੋਈ ਘਰੇ ਨਹੀਂ ਰਹਿਣਾ। ਹੁਣ ਸਾਰੇ ਬੰਦੇ ਇੱਥੇ ਆ ਜਾਣਗੇ। ਤੁਸੀਂ ਹੋਰ ਆਹ ਨਾਕਾ ਨਹੀਂ, ਸਾਰੇ ਨਾਕਿਆਂ ਤੇ ਦੇਖ ਲਓ। ਯੂਪੀ ਤੋਂ ਮੈਨੂੰ ਫੋਨ ਆ ਗਿਆ, ਸਾਡੇ ਰਿਕਵੈਸਟ ਕੈਚ ਜੀ ਉਹਨਾਂ ਨੇ ਯੂਪੀ ਅੱਜ ਬੰਦ ਕਰਤੀ, ਕੱਲ੍ਹ ਨੂੰ ਯੂਪੀ ਦਾ ਬਾਰਡਰ ਵੀ ਬੰਦ ਕੀਤਾ ਜਾਊਗਾ। ਦੇਖਿਓ ਤੁਸੀਂ ਪੂਰੇ ਸਾਰੇ ਦਿੱਲੀ ਨੂੰ ਸੀਲ ਕਰ ਦੇਣਾ। ਸਾਡਾ ਜਿਹੜਾ ਅਸੀਂ ਕਿਹਾ ਹੋਇਆ ਸੀ ਅਸੀਂ ਦਿੱਲੀ ਸੀਲ ਕਰਨੀ ਸੀ। ਅਸੀਂ ਦਿੱਲੀ ਜਾ ਕੇ ਕੀ ਕਰਨਾ? ਅਸੀਂ ਤਾਂ ਮੰਗਾਂ ਮਨਵਾਉਣੀਆਂ ਨੇ। ਸਾਨੂੰ ਅੱਜ ਕਰ ਦੇਣ, ਅਨਾਊਂਸ ਕਰ ਦੇਣ, ਅਮੈਂਡਮੈਂਟ ਕਰ ਦੇਵੇ ਪ੍ਰਧਾਨ ਮੰਤਰੀ ਬਈ ਕਾਲੇ ਕਾਨੂੰਨ ਵਾਪਸ ਆ। ਠੀਕ ਆ, ਅਸੀਂ ਉਸ ਨੂੰ ਮੰਗ ਪੱਤਰ ਦਿੱਤਾ ਹੋਇਆ, ਉਹਦੇ ਮੁਤਾਬਕ ਅਸੀਂ ਉਹ ਰੱਦ ਕਰਾ ਕੇ ਜਾਣੇ ਨੇ, ਕਾਨੂੰਨ ਬਣਾ ਕੇ ਜਾਣਾ। ਤੇ ਹੁਣ ਅੱਗੇ ਤੁਸੀਂ ਤੁਹਾਨੂੰ ਬਾਈ ਚਾਂਸ ਤੁਹਾਨੂੰ ਅੱਗੇ ਜਿਹੜੀ ਪਰਮਿਸ਼ਨ ਦਿੱਤੀ ਹੈ, ਲੇਕਿਨ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ, ਅਗਰ ਅੱਗੇ ਨਹੀਂ ਜਾਂਦਾ ਹੋਇਆ ਤਾਂ ਇੱਥੇ ਹੀ ਡਟੇ ਰਹੋ? ਨਹੀਂ, ਪਰਮਿਸ਼ਨ ਦੀ ਸਾਨੂੰ ਲੋੜ ਹੀ ਨਹੀਂ। ਅਸੀਂ ਕਿਹੜਾ ਪੰਜਾਬ ਤੋਂ ਅੱਗੇ ਪਰਮਿਸ਼ਨ ਲਈ ਆ? ਹਰਿਆਣੇ ਦੀ 8-10 ਨਾਕੇ ਤੋੜ ਕੇ ਆਏ ਆ। ਅਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲਈ। ਨਾ ਅਸੀਂ ਪਰਮਿਸ਼ਨ ਲੈਂਦੇ ਆ। ਸਾਨੂੰ ਡਰਾਉਂਦੇ 144 ਲੱਗੀ ਆ, ਇਹ ਤਾਂ ਲਾਈ ਰੱਖਦੇ ਆ। ਸਾਨੂੰ ਕੋਈ ਡਰ ਨਹੀਂ। ਇਹੋ ਜਿਹੇ ਨਾਕੇ ਤਾਂ ਅਸੀਂ 15 ਮਿੰਟ 'ਚ ਚੱਕ ਦਾਂਗੇ। ਪਰ ਅਸੀਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜਾਈ ਕਰਨੀ ਆ। ਇਹਨਾਂ ਨਾਲ ਅਸੀਂ ਫੋਰਸ ਨਾਲ ਕਿਸੇ ਨਾਲ ਲੜਨਾ। ਅਸੀਂ ਅੱਗੇ ਜਾ ਕੇ ਵੀ ਕੀ ਕਰਨਾ? ਅਸੀਂ ਤਾਂ ਮੰਗਾਂ ਮਨਵਾਉਣੀਆਂ ਨੇ। ਅਸੀਂ ਇੱਥੇ ਬਹਿ ਕੇ ਵੀ ਮਨਵਾ ਸਕਦੇ ਹਾਂ, ਅੱਗੇ ਬਹਿ ਕੇ ਵੀ ਮਨਵਾ ਸਕਦੇ ਹਾਂ। ਜੋ ਸਾਡੇ ਸਤਿਕਾਰਯੋਗ ਲੀਡਰ ਫੈਸਲਾ ਕਰਨਗੇ, ਹੁਣੇ ਆ ਮੀਟਿੰਗ 'ਚ ਮੈਂ ਵੀ ਅਟੈਂਡ ਕਰਨ ਚੱਲਿਆ, ਜਿਵੇਂ ਫੈਸਲਾ ਹੋਊ ਬਹੁਤ ਸੰਮਤੀ ਦਾ, ਅਸੀਂ ਉਹਦੇ 'ਤੇ ਫੁੱਲ ਚੜਾਵਾਂਗੇ। ਤੇ ਲਖੋਵਾਲ ਜੀ, ਅਗਰ ਤੁਹਾਨੂੰ ਜਿਹੜਾ ਤੁਹਾਡੀ ਮੰਗਾਂ ਨਹੀਂ ਮੰਨੀ ਜਾਂਦੀ ਹੈ ਅੱਜ ਕੱਲ੍ਹ 'ਚ, ਕਿਉਂਕਿ ਤੁਹਾਡਾ 26-27 ਤਰੀਕ ਦੀ ਜਿਹੜੀ ਕਾਲ ਸੀਗੀ ਉਹ ਨਹੀਂ ਮੰਗੀ ਜਾਂਦੀ, ਤਾਂ ਅੱਗੇ ਵੀ ਜਿਹੜਾ ਐਕਸਟੈਂਡ ਕੀਤਾ ਜਾਏਗਾ? ਹਾਂ, ਨਹੀਂ, ਪੱਕੇ ਤੌਰ 'ਤੇ ਅਸੀਂ ਪੱਕੇ ਇੰਤਜ਼ਾਮ ਕਰਕੇ ਆਏ ਹੋਏ ਹਾਂ। ਪੱਕੇ ਸਾਡੇ ਲੰਗਰ ਲੱਗ ਗਏ ਨੇ। ਸਾਡੇ ਕੋਲ ਸਮਾਨ ਆ ਤੇ ਪਿੱਛੋਂ ਸਾਨੂੰ ਸਪਲਾਈ ਆ ਜਾਊਗੀ। ਲੰਗਰ ਵਾਲੀਆਂ ਜਿਹੜੀਆਂ ਜਥੇਬੰਦੀਆਂ ਉਹ ਵੀ ਸਾਡੇ ਨਾਲ ਆ ਗਈਆਂ ਨੇ। ਤੁਸੀਂ ਦੇਖੋ ਸੇਬਾਂ ਦਾ ਟਰੱਕ ਗੱਡੀ ਆਈ ਆ, ਸੇਬ ਵੰਡੀ ਜਾਂਦੇ ਆ। ਇਸ ਤਰ੍ਹਾਂ ਬਹੁਤ ਜਥੇਬੰਦੀਆਂ ਨੇ ਜਿਹਨਾਂ ਨਾਲ ਸਾਨੂੰ ਫੋਨ ਆ ਰਹੇ ਨੇ। ਪੂਰਾ ਲੰਗਰ ਦਾ ਪ੍ਰਬੰਧ ਆ ਸਾਡੇ ਕੋਲ। ਟਰਾਲੀਆਂ 'ਚ ਵੀ ਹੈਗਾ, ਮਹੀਨੇ 2-2 ਮਹੀਨੇ ਦਾ। ਕੋਈ ਫਿਕਰ ਕਰਨ ਦੀ ਲੋੜ ਨਹੀਂ। ਕੋਈ ਬੰਦਾ ਦੇਖੋ ਤੁਸੀਂ ਭੁੱਖਾ ਨਹੀਂ, ਐਨ ਰੱਜ ਕੇ ਸਵਾਵਾਂਗੇ, ਰੱਜ ਕੇ ਜਿਹੜਾ ਸਾਰਿਆਂ ਨੂੰ ਦੁੱਧ ਪਿਲਾਵਾਂਗੇ, ਰੱਜ ਕੇ ਸਾਰਿਆਂ ਨੂੰ ਚਾਹ ਪਿਲਾਵਾਂਗੇ। ਇੱਥੇ ਰਹਿਣ ਸਹਿਣ ਦਾ ਕਿਸ ਤਰ੍ਹਾਂ ਇੰਤਜ਼ਾਮ ਕੀਤਾ? ਰਹਿਣ ਦਾ ਅਸੀਂ ਟਰਾਲੀਆਂ 'ਚ ਕਰਕੇ ਹੋਏ ਹਾਂ। ਹਰੇਕ ਬੰਦੇ ਦੇ ਦੇਖੋ ਟਰਾਲੀ ਦੇ ਵਿੱਚ ਗੱਦੇ ਨੇ, ਹਰੇਕ ਦਾ ਆਪਦਾ ਇੰਤਜ਼ਾਮ। ਅਸੀਂ ਪੈ ਜਾਾਂਗੇ ਅੱਗੇ ਵੀ। ਅਸੀਂ 50-52 ਦਿਨ ਹੋ ਗਏ ਅਸੀਂ ਰੇਲਵੇ ਲਾਈਨਾਂ ਤੇ ਪੈਂਦੇ ਹਾਂ ਤੇ ਇੱਥੇ ਹੀ ਪੈ ਜਾਾਂਗੇ ਅਸੀਂ। ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਜੀ ਬਿਲਕੁਲ, ਇਹ ਤੁਸੀਂ ਸੁਣਿਆ ਹੈ ਹਰਿੰਦਰ ਸਿੰਘ ਲੱਖੋਵਾਲ ਜਿਹੜੇ ਕਿ ਦੱਸ ਰਹੇ ਨੇ ਕਿ ਹਲੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਅੱਗੇ ਜਾਣਾ ਹੈ ਕਿ ਨਹੀਂ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਉਹ ਇੱਥੇ ਹੀ ਜਿਹੜਾ ਡੇਰਾ ਲਾਏ ਨੇ। ਤਕਰੀਬਨ ਜਿਹੜੀ ਹੈ 10 ਕਿਲੋਮੀਟਰ ਪਿੱਛੇ ਤੱਕ ਜਿਹੜੇ ਟਰਾਲੀਆਂ ਦੀ ਜਿਹੜੀ ਲਾਈਨ ਇੱਥੇ ਲੱਗੀ ਪਈ ਹੈ। ਹਲੇ ਵੀ ਹੋਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਦੀ ਗੱਡੀਆਂ ਉਹ ਅੱਗੇ ਆ ਰਹੀ ਹੈ। ਤਸਵੀਰਾਂ ਤੁਸੀਂ ਵੇਖੋ, ਇਹ ਬਾਰਡਰ ਦੀ ਤਸਵੀਰਾਂ, ਸਿੰਧੂ ਬਾਰਡਰ ਹੈਗਾ ਜਿੱਥੇ ਰਸਤੇ ਪੂਰੀ ਤਰੀਕੇ ਨਾਲ ਅੱਗੇ ਬੰਦ ਕੀਤੇ ਗਏ ਨੇ। ਰਸਤੇ ਜਿਹੜੇ ਬੰਦ ਹੈਗੇ, ਅੱਗੇ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਹੈ। ਸਵੇਰੇ ਇੱਥੇ ਕਿਸਾਨਾਂ ਦੇ ਨਾਲ ਜਿਹੜੀ ਇੱਥੇ ਪੁਲਿਸ ਦੀ ਝੜਪ ਵੀ ਹੋਈ ਹੈ। ਪੁਲਿਸ ਵੱਲੋਂ ਇੱਥੇ ਇਹਨਾਂ ਦੇ ਉੱਤੇ ਜਿਹੜੇ ਹੈ ਬਲ ਪ੍ਰਯੋਗ ਵੀ ਕੀਤੇ ਗਏ ਨੇ। ਤੇ ਉਹੀ ਥਾਂ ਹੈ ਜਿੱਥੇ ਸਵੇਰੇ ਇਹ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਸੀ। ਤਾਂ ਹੁਣੇ ਵੀ ਜਿਹੜੀ ਇੱਥੇ ਜਿਹੜੀ ਸਥਿਤੀ ਪੁਲਿਸ ਵੱਲੋਂ ਜਿਹੜੀ ਤਣਾਅਪੂਰਨ ਬਣਾਈ ਗਈ ਹੈ, ਰਸਤੇ ਪੂਰੀ ਤਰੀਕੇ ਨਾਲ ਬੰਦ ਹੈ। ਹਾਲਾਂਕਿ ਇਹਨਾਂ ਨੂੰ ਅੱਗੇ ਜਾਣ ਦੀ ਪਰਮਿਸ਼ਨ ਜ਼ਰੂਰ ਦੇ ਦਿੱਤੀ ਗਈ ਹੈ, ਲੇਕਿਨ ਉਹਦੇ ਬਾਵਜੂਦ ਇਹ ਜਿਹੜੇ ਹਲੇ ਪੂਰਾ ਰਸਤਾ ਜਿਹੜਾ ਸੀਲ ਕੀਤਾ ਗਿਆ ਦਿੱਲੀ ਐਂਟਰੀ ਦਾ। ਤੇ ਇਹ ਤਸਵੀਰਾਂ ਦਿੱਲੀ ਹਰਿਆਣਾ ਸਿੰਧੂ ਬਾਰਡਰ ਦੀ ਹੈਗੀ ਹੈ ਤੇ ਸਾਫ਼ ਦੱਸ ਰਹੀਆਂ ਹੈ ਕਿ ਕਿਵੇਂ ਜਿਹੜਾ ਇਹਨਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਜਿਹੜੀ ਥਾਂ ਤੇ ਜਿਹੜੇ ਕਿ ਬੈਰੀਕੇਡਿੰਗ ਕੀਤੀ ਗਈ ਸੀ, ਥਾਂ ਤੇ ਰਸਤੇ ਬੰਦ ਕੀਤੇ ਗਏ ਸੀ, ਉਹ ਰਸਤੇ ਜਿਹੜੇ ਬੰਦ ਕਰਨ ਦਾ ਜਿਹੜਾ ਕੰਮ ਸੀਗਾ ਉਹ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਢਹਿ ਢੇਰੀ ਕੀਤਾ ਗਿਆ ਕਿਸਾਨਾਂ ਵੱਲੋਂ। ਤੇ ਇੱਕ ਪ੍ਰਸ਼ਾਸਨ ਦੇ ਮੂੰਹ ਤੋਂ ਇੱਕ ਤਰੀਕੇ ਨਾਲ ਚਪੇੜ ਮਾਰੀ ਗਈ ਹੈ ਕਿ ਕਿਵੇਂ ਸਾਡੇ ਲਈ ਕੋਈ ਇਸ ਤਰ੍ਹਾਂ ਦੇ ਜੋ ਰੂਲ ਹੈ ਉਹ ਸਾਨੂੰ ਪਰਮਿਟ ਨਹੀਂ ਹੈਗੇ, ਉਹ ਅਸੀਂ ਮੰਨਦੇ ਨਹੀਂ ਹੈ। ਜਿਸ ਕਾਰਨ ਅੱਜ
ਅਸੀਂ ਇੱਥੇ ਅੱਗੇ ਪਹੁੰਚੇ। ਅਸੀਂ ਦਿੱਲੀ ਇਸੇ ਲਈ ਆਏ ਆ, ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਤਾਂ ਕਿ ਅਸੀਂ ਆਪਣੀ ਜਿਹੜੀ ਹੈ ਮੰਗਾਂ ਨੂੰ ਮਨਵਾ ਸਕੀਏ, ਅਸੀਂ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾ ਸਕੀਏ। ਹਾਲਾਂਕਿ ਪਿਛਲੇ ਤਕਰੀਬਨ 2 ਮਹੀਨੇ ਤੋਂ ਜਿਹੜੇ ਕਿਸਾਨ ਹੈ ਉਹ ਇਸੇ ਤਰੀਕੇ ਨਾਲ ਸੜਕਾਂ ਤੇ ਬੈਠੇ ਹੋਏ ਨੇ, ਅੰਦੋਲਨ ਚੱਲ ਰਹੇ ਸੀ। ਪਹਿਲਾਂ ਇਹ ਅੰਦੋਲਨ ਪੰਜਾਬ ਵਿੱਚ ਸੀਗਾ, ਹੌਲੀ ਹੌਲੀ ਇਹ ਹਰਿਆਣੇ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਅੰਦੋਲਨ ਗਿਆ ਤੇ ਹੁਣ ਇਸ ਅੰਦੋਲਨ ਨੇ ਦੇਸ਼ ਵਿਆਪੀ ਲਹਿਰ ਲੈ ਲਿੱਤੀ ਹੈ। ਤੇ ਅੱਜ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਅੱਜ ਦਿੱਲੀ ਵੱਲ ਨੂੰ ਵਧੇ ਨੇ, ਅੱਗੇ ਦਿੱਲੀ ਜਾਣਾ ਹੈ। ਲੇਕਿਨ ਉਸ ਤੋਂ ਪਹਿਲਾਂ ਹੀ ਰਸਤੇ 'ਚ ਜਗ੍ਹਾ ਜਗ੍ਹਾ ਤੇ ਇਹਨਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ, ਥਾਂ ਤੇ ਇਹਨਾਂ ਨੂੰ ਰੋਕਿਆ ਗਿਆ ਤੇ ਹੁਣ ਇਹ ਇੱਥੇ ਤੱਕ ਪਹੁੰਚ ਚੁੱਕੇ ਸਿੰਧੂ ਬਾਰਡਰ ਤੇ। ਮੇਰੇ ਨਾਲ ਮੇਰੇ ਸਹਿਯੋਗੀ ਦਿਨੇਸ਼ ਗੋਇਲ ਜੀ ਹੈ। ਦਿਨੇਸ਼ ਜੀ, ਤੁਸੀਂ ਵੀ ਰਸਤੇ 'ਚ ਦੇਖਿਆ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਜਗ੍ਹਾ ਜਗ੍ਹਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਥਾਂ ਤੇ ਅਲੱਗ-ਅਲੱਗ ਹਿੱਲੇ ਅਪਣਾਏ ਗਏ ਹਰਿਆਣਾ ਸਰਕਾਰ ਵੱਲੋਂ। ਕਿਸੇ ਜਗ੍ਹਾ ਤੇ ਹਾਈਵੇ ਪੱਟ ਦਿੱਤੇ ਗਏ, ਕਿਸੇ ਜਗ੍ਹਾ ਤੇ ਵੱਡੇ ਜਿਹੜੇ ਪੱਥਰ ਦੇ ਟੀਲੇ ਲਗਾ ਦਿੱਤੇ ਗਏ, ਲੇਕਿਨ ਉਹ ਕੁਝ ਕਾਮਯਾਬ ਨਹੀਂ ਹੋਏ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਕਿਸਾਨ ਜਿਹੜੇ ਅੱਜ ਇੱਥੇ ਪਹੁੰਚੇ ਨੇ, ਜਿਹੜੀ ਆਪਣੀ ਮੰਗਾਂ ਨੂੰ ਲੈ ਕੇ ਆਏ, ਕੇਂਦਰ ਸਰਕਾਰ ਇਹਨਾਂ ਦੀ ਮੰਗਾਂ ਅੱਗੇ ਚੁੱਕੇਗੀ? ਬਿਲਕੁਲ, ਜਿਸ ਸੰਖਿਆ 'ਚ ਔਰ ਜਿਸ ਦਲੇਰੀ ਨਾਲ ਇਹ ਅੱਜ ਇੱਥੇ ਪਹੁੰਚੇ ਆ, ਦੇਖੋ ਸਰਕਾਰ ਨਾਲ ਪੰਗਾ ਲੈਣਾ ਕੋਈ ਈਜ਼ੀ ਕੰਮ ਨਹੀਂ ਆ। ਤੁਸੀਂ ਇਹ ਦੇਖੋ, ਬਾਰਡਰ ਤੋਂ ਲੈ ਕੇ ਹਰਿਆਣਾ ਬਾਰਡਰ ਤੋਂ ਲੈ ਕੇ ਦਿੱਲੀ ਬਾਰਡਰ ਤੱਕ ਕਿੰਨੀ ਜਗ੍ਹਾ ਨਾਕੇ ਲਗਾਏ ਹੋਏ ਸੀ, ਕਿੰਨੀ ਜਗ੍ਹਾ ਬਾਰਡਰ ਸੀਲ ਕੀਤਾ ਹੋਇਆ ਸੀਗਾ, ਕਿੰਨੀ ਜਗ੍ਹਾ ਸੜਕਾਂ ਪੱਟੀਆਂ ਹੋਈਆਂ ਸੀਗੀਆਂ ਤਾਂ ਕਿ ਟਰੈਕਟਰ ਟਰਾਲੀਆਂ ਅੱਗੇ ਨਾ ਜਾ ਸਕਣ। ਤੇ ਉਸ ਦੇ ਬਾਵਜੂਦ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ, ਆਂਸੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ, ਲੇਕਿਨ ਉਸ ਦੇ ਬਾਵਜੂਦ ਕਿਸਾਨ ਜਿਹੜੀ ਆਪਣੀ ਮੰਗ ਲੈ ਕੇ ਚੱਲੇ ਹੋਏ ਆ, ਉਸ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟੇ। ਔਰ ਜਿਹੜਾ ਉਹਨਾਂ ਨੇ ਟੀਚਾ ਦਿੱਤਾ ਹੋਇਆ ਸੀਗਾ ਉਸ ਤੇ ਖਰੇ ਉਤਰੇ ਆ। ਉਹਨਾਂ ਨੇ ਟੀਚਾ ਦਿੱਤਾ ਸੀਗਾ ਵੀ ਅਸੀਂ ਦਿੱਲੀ ਜਿਹੜੀ ਹੈ 26-27 ਤਰੀਕ ਨੂੰ ਅਸੀਂ ਦਿੱਲੀ ਘੇਰ ਲਾਂਗੇ। ਔਰ ਤੁਸੀਂ ਦੇਖੋ, ਇਹ ਲਾਈਵ ਤਸਵੀਰਾਂ ਹੈ, ਕਿਸਾਨਾਂ ਨੇ ਦਿੱਲੀ ਘੇਰ ਲਈ। ਤਾਂ ਇਸ ਤੋਂ ਪਤਾ ਚੱਲਦਾ ਵੀ ਜਿਹੜੇ ਕਿਸਾਨ ਜਿਸ ਮੁੱਦੇ ਨੂੰ ਲੈ ਕੇ ਚੱਲੇ ਹੋਏ ਆ ਵੀ ਉਹ ਕਾਮਯਾਬੀ ਜਿਹੜੀ ਆ ਜ਼ਿਆਦਾ ਦੂਰ ਨਹੀਂ ਆ। ਔਰ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਦਿੱਲੀ ਘੇਰੀ ਹੈ, ਸ਼ਾਇਦ ਜਿਹੜੀ 3 ਤਰੀਕ ਦੀ ਜਿਹੜੀ ਮੀਟਿੰਗ ਬੁਲਾਈ ਹੋਈ ਆ ਕ੍ਰਿਸ਼ੀ ਮੰਤਰੀ ਨੇ, ਔਰ ਮੈਨੂੰ ਲੱਗਦਾ ਉਹ ਸ਼ਾਇਦ ਪਹਿਲੇ ਹੀ ਹੋ ਜੇ, ਕਿਉਂਕਿ ਦਿਨ ਬਹੁਤ ਜ਼ਿਆਦਾ ਹੈ। ਸ਼ਾਇਦ ਇੰਨੀ ਦੇਰ ਉਹ ਡਿਲੇ ਨਹੀਂ ਕਰ ਸਕਦੇ, ਇੰਨੀ ਦੇਰ ਉਹ ਬਰਦਾਸ਼ਤ ਨਹੀਂ ਕਰ ਪਾਉਣਗੇ ਵੀ 5-7 ਦਿਨ ਕਿਸਾਨ ਦਿੱਲੀ ਘੇਰ ਕੇ ਬੈਠੇ ਰਹਿਣ ਔਰ ਉਹ 3 ਤਰੀਕ ਨੂੰ ਮੀਟਿੰਗ ਹੋਏ। ਮੈਨੂੰ ਲੱਗਦਾ ਵੀ ਉਹਨਾਂ ਨੂੰ ਮੀਟਿੰਗ ਸ਼ਾਇਦ ਜਲਦੀ ਸੱਦਣੀ ਪਏਗੀ। ਉਹਨਾਂ ਦੀ ਮਜਬੂਰੀ ਹੈ ਵੀ ਮੀਟਿੰਗ ਜਲਦੀ ਸੱਦ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਹੀ ਪੈਣਾ। ਜੀ, ਜਦੋਂ ਤੁਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਇੱਥੇ ਤੱਕ, ਕਾਫੀ ਥਾਵਾਂ ਤੇ ਅਸੀਂ ਦੇਖਿਆ ਵੀ, ਅਸੀਂ ਜਿਸ ਤਰੀਕੇ ਨਾਲ ਦੇਖਿਆ ਕਿ ਇਹਨਾਂ ਨੇ ਕਾਫੀ ਹੀਲੇ ਅਪਣਾਏ। ਕੀ ਉਹ ਹੀਲੇ ਕਰਨੇ ਚਾਹੀਦੇ ਸੀ ਕਿ ਕਿਸਾਨਾਂ ਨੂੰ ਜਿਹੜੀ ਇਹਨਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਆਉਣ ਦਾ ਪ੍ਰੋਗਰਾਮ ਬਣਾਇਆ ਸੀਗਾ, ਕਿ ਤੁਹਾਨੂੰ ਲੱਗਦਾ ਨਹੀਂ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਇਹਨਾਂ ਨੂੰ ਆਉਣ ਦੇਣਾ ਸੀਗਾ? ਥਾਂ ਤੇ ਇਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਬਰਸਾਏ ਗਏ ਨੇ, ਪਾਣੀ ਦੀ ਵਾਚੜਾ ਪਾਈਆਂ ਗਈ ਸਰਦੀ ਦੇ ਮੌਸਮ ਦੇ, ਕੀ ਉਹ ਜਾਇਜ਼ ਕਦਮ ਸੀਗਾ? ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ। ਤੁਸੀਂ ਇਹ ਦੇਖੋ, ਕਿਸਾਨ ਪਿਛਲੇ 2 ਮਹੀਨੇ ਤੋਂ ਐਜੀਟੇਸ਼ਨ ਕਰ ਰਿਹਾ, ਕੋਈ ਕੱਲ ਪਹਿਲਾ ਦਿਨ ਨਹੀਂ ਸੀਗਾ, 2 ਮਹੀਨੇ ਤੋਂ ਐਜੀਟੇਸ਼ਨ ਕਰ ਰਿਹਾ ਔਰ ਸ਼ਾਂਤੀਪੂਰਵਕ ਚੱਲ ਰਿਹਾ। ਔਰ ਜਿਹੜੇ ਵੀ ਰਾਸਤੇ 'ਚ ਇਹਨਾਂ ਦੇ ਨਾਲ ਚਾਹੇ ਆਂਸੂ ਗੈਸ ਦੇ ਗੋਲੇ ਛੱਡੇ ਗਏ, ਚਾਹੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ, ਚਾਹੇ ਲਾਠੀ ਚਾਰਜ ਹੋਇਆ, ਵੀ ਤੁਸੀਂ ਦੇਖੋ ਉਸ ਤੋਂ ਬਾਵਜੂਦ ਕਿਸਾਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਕੋਈ ਕਿਸੇ ਤਰ੍ਹਾਂ ਦੀ ਕੋਈ ਐਸੀ ਮਤਲਬ ਕਿ ਉਪਦਰਵੀ ਚੀਜ਼ ਨਹੀਂ ਕੀਤੀ ਗਈ ਜਿਸ ਕਰਕੇ ਲੋਕਾਂ 'ਚ ਮੈਸੇਜ ਗਲਤ ਜਾਏ। ਕਿਸਾਨਾਂ ਨੇ ਉਸ ਗੱਲ ਦਾ ਪੂਰਾ ਮਤਲਬ ਧਿਆਨ ਰੱਖਿਆ ਵੀ ਲੋਕਾਂ 'ਚ ਮੈਸੇਜ ਗਲਤ ਨਹੀਂ ਜਾਣਾ ਚਾਹੀਦਾ। ਦੂਜਾ ਗੱਲ, ਉਹਨਾਂ ਨੇ ਇਹ ਵੀ ਧਿਆਨ ਰੱਖਿਆ ਵੀ ਜਿਹੜੀ ਸਰਕਾਰੀ ਪ੍ਰਾਪਰਟੀ ਆ ਇਹ ਵੀ ਸਾਡੀ ਪ੍ਰਾਪਰਟੀ ਆ, ਉਹਨਾਂ ਨੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਹਰਿਆਣਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀਗਾ, ਪਰ ਉਹਨਾਂ ਨੂੰ ਲੱਗਦਾ ਸੀਗਾ ਸ਼ਾਇਦ ਅਸੀਂ ਕਿਸਾਨਾਂ ਨੂੰ ਤਿੱਤਰ ਬਿੱਤਰ ਕਰਨ 'ਚ ਕਾਮਯਾਬ ਹੋ ਜਾਵਾਂਗੇ। ਉਹਨਾਂ ਨੂੰ ਸ਼ਾਇਦ ਕਿਸਾਨਾਂ ਦੀ ਜਿਹੜੀ ਸ਼ਕਤੀ ਹੈ ਜਾਂ ਉਹਨਾਂ ਦੇ ਅੰਦੋਲਨ ਦਾ ਅੰਦਾਜ਼ਾ ਨਹੀਂ ਸੀਗਾ, ਜਿਸ ਕਰਕੇ ਸ਼ਾਇਦ ਉਹਨਾਂ ਨੇ ਸੋਚਿਆ ਵੀ ਸ਼ਾਇਦ ਆਹ 2-4 ਗੱਲਾਂ ਜਿਹੀਆਂ ਕਰਕੇ ਅਸੀਂ ਕਿਸਾਨਾਂ ਨੂੰ ਤਿੱਤਰ ਬਿੱਤਰ ਕਰ ਲਾਂਗੇ ਔਰ ਦਿੱਲੀ ਤੱਕ ਸ਼ਾਇਦ ਉਹ ਨਹੀਂ ਪਹੁੰਚਣ ਔਰ ਜਿਹੜਾ ਇਹਨਾਂ ਦਾ ਅੰਦੋਲਨ ਹੈ ਇਹ ਇੱਥੇ ਹੀ ਖਤਮ ਹੋ ਜਾਏਗਾ। ਪਰ ਉਹ ਆਪਣੇ ਕੰਮ 'ਚ ਕਾਮਯਾਬ ਹੋਏ ਆ ਔਰ ਕਿਸਾਨ ਸਫਲ ਹੋਏ ਆ ਦਿੱਲੀ ਪਹੁੰਚਣ 'ਚ। ਔਰ ਉਸੇ ਕਰਕੇ ਲੱਗ ਰਿਹਾ ਵੀ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਜਲਦੀ ਮੰਨਣੀਆਂ ਹੀ ਪੈਣੀਆਂ, ਮਜਬੂਰੀ 'ਚ ਮੰਨਣੀਆਂ ਪੈਣੀਆਂ। ਪਹਿਲੇ ਸ਼ਾਇਦ ਹੋ ਸਕਦਾ ਸੀ ਗੱਲਬਾਤ ਕਰਕੇ ਕੋਈ ਵਿਚਲਾ ਪਕਸ਼ ਨਿਕਲ ਆਂਦਾ, ਵਿਚਲਾ ਕੋਈ ਰਾਹ ਨਿਕਲ ਜਾਂਦਾ, ਨਤੀਜਾ ਨਿਕਲ ਆਂਦਾ, ਪਰ ਹੁਣ ਮੈਨੂੰ ਲੱਗਦਾ ਸ਼ਾਇਦ ਇੱਕ ਪਾਸੇ ਹੀ ਚੱਲਣਾ ਪੈਣਾ ਮਜਬੂਰੀ 'ਚ, ਕਿਉਂਕਿ ਕਿਸਾਨ ਸ਼ਾਇਦ ਬਿੱਲਾਂ ਦੀ ਵਾਪਸੀ ਤੋਂ ਬਿਨਾਂ ਸ਼ਾਇਦ ਇੱਥੋਂ ਵਾਪਸ ਜਾਣ ਲਈ ਤਿਆਰ ਨਾ ਹੋਣ।
ਧੰਨਵਾਦ। ਬਿਲਕੁਲ ਮੇਰੇ ਨਾਲ ਮੇਰੇ ਦੂਜੇ ਸਹਿਯੋਗੀ ਨਿਤਿਨ ਵੀ ਹੈਗੇ, ਨਿਤਿਨ ਧੀਮਾਨ ਜਿਹੜੇ ਕਿ ਸਵੇਰ ਤੋਂ ਇੱਥੇ ਕਵਰ ਕਰ ਰਹੇ। ਨਿਤਿਨ, ਸਵੇਰ ਤੋਂ ਤੁਸੀਂ ਇੱਥੇ ਕਵਰ ਕਰ ਰਹੇ ਹੋ, ਤੁਹਾਨੂੰ ਦੇਖਿਆ ਅਸੀਂ ਕਿ ਕਿਵੇਂ ਇੱਥੇ ਜਦੋਂ ਸਵੇਰੇ ਇੱਥੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ, ਇਹਨਾਂ ਦੇ ਉੱਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਵੱਲੋਂ, ਲੇਕਿਨ ਉਹਦੇ ਬਾਵਜੂਦ ਕਿਸਾਨ ਹੈ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਹੁਣ ਇਹਨਾਂ ਨੂੰ ਹਾਲਾਂਕਿ ਪਰਮਿਸ਼ਨ ਜ਼ਰੂਰ ਮਿਲ ਗਈ ਅੱਗੇ ਜਾਣ ਦੀ, ਲੇਕਿਨ ਹੁਣ ਕਿਸਾਨ ਕਹਿੰਦੇ ਕਿ ਅਸੀਂ ਇੱਥੇ ਹੀ ਬੈਠਾਂਗੇ, ਇੱਥੇ ਹੀ ਸਾਡਾ ਜਿਹੜਾ ਧਰਨਾ ਜਾਰੀ ਰਹੇਗਾ। ਦੇਖੋ ਇੱਥੋਂ 15 ਕਿਲੋਮੀਟਰ ਦੇ ਕਰੀਬ ਹੈ ਬੁਰਾੜੀ ਇੱਕ ਨਿਰੰਕਾਰੀ ਸਮਾਗਮ ਦਾ ਵੱਡਾ ਮੈਦਾਨ ਹੈ, ਉਹਦੇ ਤੇ ਟਰੈਕਟਰ ਆ ਸਕਦੇ ਨੇ, ਕਿਉਂਕਿ ਜਿਸ ਤਰ੍ਹਾਂ ਕਰੀਬ 1.5 ਲੱਖ ਦੀ ਗਿਣਤੀ ਹੋਏਗੀ ਕਿਸਾਨਾਂ ਦੀ, ਟਰੈਕਟਰ ਵੀ ਬਹੁਤ ਨੇ। ਦਿੱਲੀ ਦੇ ਵਿੱਚ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਨੇ ਟਰੈਕਟਰ ਆਣਗੇ, ਤਾਂ ਇਹਨਾਂ ਨੂੰ ਉਹ ਜਗ੍ਹਾ ਦਿੱਤੀ ਗਈ ਸੀਗੀ। ਇੱਕ ਹੋਰ ਬਾਰਡਰ ਹੈ ਟੀਕਰੀ ਬਾਰਡਰ, ਉੱਥੋਂ ਤੋਂ ਕਿਸਾਨ ਉੱਧਰ ਜਾਣਾ ਸ਼ੁਰੂ ਹੋ ਗਏ ਨੇ। ਪਰ ਇਹ ਜਿਹੜੇ ਕਿਸਾਨ ਨੇ ਇਹ ਕਹਿ ਰਹੇ ਸਾਡੇ ਜਿਹੜੇ 5-7 ਮੈਂਬਰੀ ਕਮੇਟੀ ਟੀਮ ਹੈ ਉਹ ਡਿਸਾਈਡ ਕਰੀ ਰਾਜੇਵਾਲ ਗੁਰਨਾਮ ਚੜੂਨੀ, ਉਹ ਪਿੱਛੇ ਮੀਟਿੰਗ ਕਰ ਰਹੇ ਨੇ, 1-2 ਘੰਟੇ ਤੋਂ ਲਗਾਤਾਰ ਮੀਟਿੰਗ ਕਰ ਰਹੇ ਨੇ, ਤੇ ਇਹਦੇ ਵਿੱਚ ਹੀ ਹੁਣ ਇਹ ਬੈਠੇ ਹੋਏ ਨੇ। ਜਿਹੜੇ ਉਹ ਕਹਿਣਗੇ ਉਦੋਂ ਹੀ ਇਹ ਜਾਣਗੇ। BM ਸਿੰਘ ਜਿਹੜੇ ਕਿਸਾਨ ਜਿਨ੍ਹਾਂ ਨੇ ਦਿੱਲੀ ਚਲੋ ਦੀ ਕਾਲ ਦਿੱਤੀ ਸੀ, ਉਹ ਥੋੜੀ ਦੇਰ ਪਹਿਲਾਂ ਆਏ। ਉਹਨਾਂ ਨੇ ਇੱਕ ਗੱਲ ਇਹੀ ਕਹੀ ਕਿ ਤੁਸੀਂ ਪਹਿਲੇ ਦਿੱਲੀ ਐਂਟਰ ਕਰ ਲਓ। ਇੱਕ ਵਾਰ ਦਿੱਲੀ ਐਂਟਰ ਹੋ ਗਿਆ ਫਿਰ ਆਪਣੇ ਹਿਸਾਬ ਨਾਲ ਦੇਖਾਂਗੇ ਅੱਗੇ ਕੀ ਕਰਨਾ, ਜੰਤਰ ਮੰਤਰ ਜਾਣਾ, ਰਾਮਲੀਲਾ ਮੈਦਾਨ ਜਾਣਾ ਹੈ। ਪਰ ਕਿਸਾਨ ਹਲੇ ਤੱਕ ਮੰਨਣ ਨੂੰ ਰੈਡੀ ਨੇ। ਹਾਲਾਂਕਿ ਇਹਨਾਂ ਦੇ ਜਿਹੜੇ ਕੋਰ ਟੀਮ ਹੈ ਉਹ ਹਲੇ ਕੁਝ ਬੋਲ ਨਹੀਂ ਰਹੀ ਹੈ ਇਸ ਮਾਮਲੇ ਤੇ। ਇੱਕ ਗੱਲ ਹੋਰ ਵੀ ਪੇਚਾ ਜਿਹੜਾ ਫਸਿਆ ਹੋਇਆ ਹੈ ਕਿ ਕੇਂਦਰ ਦੇ ਕਿਹੜੇ ਮੰਤਰੀ ਹੋਣਗੇ ਜਿਹੜੇ ਗੱਲ ਕਰਨਗੇ, ਕੌਣ ਜਾਏਗਾ। ਇਹ 500 ਬੰਦੇ ਦੀ ਇਜਾਜ਼ਤ ਦੀ ਗੱਲ ਕਰ ਰਹੀ ਹੈ ਕਿ ਸਿਰਫ 500 ਬੰਦੇ ਨੂੰ ਰਾਮਲੀਲਾ ਮੈਦਾਨ ਲਿੱਤਾ ਜਾਏਗਾ। ਇਹੋ ਜਿਹੀਆਂ ਕਈ ਗੱਲਾਂ ਚੱਲ ਰਹੀਆਂ ਨੇ, ਮਤਲਬ ਵੱਖਰੀ ਥਾਂ ਤੇ ਭੇਜਣਗੇ। ਇਹ ਗੱਲ ਚੱਲ ਰਹੀ ਹੈ ਕਿ ਟਰੈਕਟਰ ਇੱਕ ਜਗ੍ਹਾ ਖੜੇ ਕਰ ਦਿਓ, ਦੂਜੇ ਬੰਦੇ ਦੂਜੇ ਜਗ੍ਹਾ ਖੜੇ ਕਰ ਦਿਓ, ਕਿਉਂਕਿ ਇੰਨੀ ਜਗ੍ਹਾ ਹੈ ਨਹੀਂ ਹੈ ਦਿੱਲੀ ਦੇ ਵਿੱਚ। ਤੇ ਇਹ ਸਾਰੀ ਚੀਜ਼ ਇੱਧਰ ਚੱਲ ਰਹੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਸਾਰੇ ਧਰਨੇ ਤੇ ਬੈਠੇ ਹੋਏ ਨੇ। ਹੁਣ ਦੇਖਦੇ ਅੱਗੇ ਕੀ ਕੁਝ ਨਿਕਲਦਾ। ਸਵੇਰੇ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਚੱਲਿਆ, ਫਿਰ ਇੱਕਦਮ ਹੀ ਕੁਝ 1-2 ਲੋਕ ਆਏ, ਉਹਨਾਂ ਨੇ ਬੈਰੀਕੇਡਿੰਗ ਤੋੜਨਾ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਜਿਹੜੀ ਟੀਅਰ ਗੈਸ ਉਹ ਚੱਲੀ ਹੈ। ਫਿਰ ਤਿੱਤਰ 3 ਵਾਰੀ ਸਵੇਰੇ ਤੱਕ ਹੁਣ ਤੱਕ 3 ਵਾਰੀ ਟੀਅਰ ਗੈਸ ਜਿਹੜੀ ਚੱਲ ਚੁੱਕੀ ਹੈ। ਪਰ ਇੱਕ ਗੱਲ ਤੁਸੀਂ ਵੀ ਦੇਖੀ ਹੋਣੀ, ਤੁਸੀਂ ਪੂਰਾ ਕਵਰ ਕਰਦੇ ਆਏ ਹੋ, ਜਿਹੜੀ ਹੈਵੀ ਡਿਪਲੋਇਮੈਂਟ ਫੋਰਸ ਦੀ ਪਿੱਛੇ ਸੀਗੀ, ਇੱਧਰ ਹੈ ਨਹੀਂ ਸੀ। ਇੱਧਰ ਉਨੇ ਕੀ ਫੋਰਸ ਲਾਈ ਹੋਈ ਹੈ। ਦਰਅਸਲ ਪਹਿਲਾਂ ਤਾਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਰੋਕ ਨਹੀਂ ਸਕਦੇ, ਹੁਣ ਗੱਲਬਾਤ ਨਾਲ ਕਰਕੇ ਹੀ ਕੁਝ ਹੋਏਗਾ। ਤੇ ਲੱਗਦਾ ਹੁਣ ਗੱਲਬਾਤ ਅੰਦਰ ਖਾਤੇ ਇਹਨਾਂ ਦੀ ਚੱਲੀ ਹੋਈ ਹੈ, ਥੋੜੀ ਦੇਰ ਬਾਅਦ ਕੁਝ ਨਾ ਕੁਝ ਫੈਸਲਾ ਆ ਜਾਏਗਾ। ਲੇਕਿਨ ਅਸੀਂ ਵੇਖਿਆ ਕਿ ਤਕਰੀਬਨ 10 ਤੋਂ 15 ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਵੱਲੋਂ ਇਹ ਰਸਤਾ ਜਿਹੜਾ ਜਾਮ ਕੀਤਾ ਗਿਆ ਹੈ। ਹਲੇ ਇਸੇ ਤਰੀਕੇ ਨਾਲ ਹੋਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੰਜਾਬ ਜਾਂ ਹਰਿਆਣੇ ਤੋਂ ਜਿਹੜੀ ਟਰਾਲੀਆਂ ਦਿੱਲੀ ਵੱਲ ਨੂੰ ਆ ਰਹੀਆਂ, ਕਿ ਇਹ ਸਾਰੀ ਟਰਾਲੀਆਂ ਦੇ ਉੱਥੇ ਖੜੀ ਕਰਨ ਦੀ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਉੱਥੇ ਥਾਂ ਮਿਲ ਸਕੇਗੀ ਉੱਥੇ ਤੱਕ? ਦੇਖੋ ਟਰਾਲੀਆਂ ਸਾਰੀਆਂ ਤਾਂ ਨਹੀਂ ਆ ਸਕਦੀਆਂ, ਪਰ ਇੱਕ ਕੰਮ ਹੋ ਸਕਦਾ ਕਿ ਹਾਈਵੇ ਕਾਫੀ ਚੌੜਾ ਹੈ ਤੇ ਸਾਈਡ ਇੱਕ ਟਰਾਲੀ 5-6 ਕਿਲੋਮੀਟਰ ਤੱਕ ਖੜੀ ਕਰਕੇ ਉਸ ਤਰ੍ਹਾਂ ਦਾ ਬਣ ਸਕਦਾ। ਪਰ ਲੋਕ ਸਾਰੇ ਆ ਸਕਦੇ ਨੇ। ਰਾਮਲੀਲਾ ਮੈਦਾਨ ਦੇ ਵਿੱਚ ਇੰਨੇ ਲੋਕ ਨਹੀਂ ਆ ਸਕਦੇ, ਜੰਤਰ ਮੰਤਰ ਬਿਲਕੁਲ ਹੀ ਨਹੀਂ ਆ ਸਕਦੇ। ਸਿਰਫ ਬੁਰਾੜੀ, ਕਿਉਂਕਿ ਉੱਥੇ ਨਿਰੰਕਾਰੀਆਂ ਦਾ ਇੱਕ ਸਮਾਗਮ ਹਮੇਸ਼ਾ ਹੁੰਦਾ ਹੈ, ਤਾਂ ਉਹਦੇ ਵਿੱਚ ਵੀ ਲੱਖਾਂ ਦੀ ਗਿਣਤੀ ਲੋਕ ਆਉਂਦੇ ਨੇ, ਤਾਂ ਉੱਧਰ ਆ ਸਕਦੇ ਨੇ। ਤੇ ਦਿੱਲੀ ਦੇ ਆਊਟਰ ਏਰੀਆ ਦੇ ਵਿੱਚ ਹੈ, ਮਤਲਬ ਜਿਹੜਾ ਕੋਰ ਜਿੱਥੇ ਲੋਕੀ ਆਫਿਸਿਸ ਨੇ ਕੰਮ ਕਰਦੇ ਨੇ, ਉੱਧਰ ਟ੍ਰੈਫਿਕ ਵੀ ਅਫੈਕਟਡ ਨਹੀਂ ਹੋਏਗਾ ਤੇ ਇਹ ਵੀ ਬੈਠ ਜਾਣਗੇ। ਹੁਣ ਇਹਨਾਂ ਤੇ ਹੀ ਹੈ ਕਿ ਇਹ ਕਿਸ ਤਰ੍ਹਾਂ ਦੀ ਕਾਲ ਲੈਂਦੇ ਨੇ, ਕਿਉਂਕਿ ਇੱਕ ਹੋਰ ਵੀ ਗੱਲ ਹੈ ਕਿ ਜੇ ਇਹ ਜਦੋਂ ਇੱਥੋਂ ਜਾਣਗੇ ਤੇ ਦਿੱਲੀ ਪੁਲਿਸ ਅੱਗੇ ਐਸਕੋਰਟ ਕਰਦੀ ਜਾਏਗੀ, ਅੱਗੇ ਤੋਂ ਪੂਰਾ ਟ੍ਰੈਫਿਕ ਹਟਾ ਦਿੱਤਾ ਜਾਏਗਾ, ਅੱਖੇ ਵੱਖੇ ਦੇ ਟ੍ਰੈਫਿਕ ਰੋਕ ਦਿੱਤੇ ਜਾਣਗੇ, ਫਿਰ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਏਗੀ ਕਿ ਇਹ ਇੱਧਰ ਪਹੁੰਚਣ। ਦੂਜੀ ਇਹ ਜਿਹੜੀ ਗੱਲ ਕਰ ਰਹੇ ਨੇ ਕਿ ਅਸੀਂ ਅੰਦਰ ਨਹੀਂ ਜਾਣਾ, ਅੰਦਰ ਚਲੇ ਗਏ ਤਾਂ ਫਿਰ ਦਿੱਲੀ ਦੀ ਸਪਲਾਈ ਜਿਹੜੀ ਆ ਉਹ ਖੁੱਲ ਜਾਏਗੀ, ਅਸੀਂ ਸਪਲਾਈ ਰੋਕਣੀ ਹੈ। ਪਰ ਇੱਕ ਗੱਲ ਇਹਦੇ ਵਿੱਚ ਜ਼ਰੂਰ ਹੈ ਕਿ ਟ੍ਰੇਨ ਚੱਲ ਰਹੀ ਹੈ, ਦਿੱਲੀ ਦੇ UP ਬਾਰਡਰ ਖੁੱਲ੍ਹਾ ਹੈ, ਗੁੜਗਾਮ ਬਾਰਡਰ ਖੁੱਲ੍ਹਾ ਹੈ, ਤਾਂ ਸਪਲਾਈ ਤਾਂ ਉੱਥੋਂ ਵੀ ਆ ਸਕਦੀ ਹੈ। ਮੇਨ ਇਹਨਾਂ ਦਾ ਟਾਰਗੇਟ ਸੀਗਾ ਅਸੀਂ ਅੰਦਰ ਜਾਣਾ ਹੈ, ਦਿੱਲੀ ਐਂਟਰ ਕਰਨੀ ਹੈ, ਤਾਂ ਦਿੱਲੀ ਐਂਟਰ ਇਹਨਾਂ ਕੋਲ ਆਪਸ਼ਨ ਹੈ। ਦੇਖਦੇ ਹੁਣ ਕੀ ਨਿਕਲ ਕੇ ਆਉਂਦਾ ਹੈ। ਧੰਨਵਾਦ ਨਿਤਿਨ। ਇਹ ਮੇਰੇ ਸਹਿਯੋਗੀ ਸਵੇਰ ਤੋਂ ਹੀ ਇੱਥੇ ਜਿਹੜਾ ਇਸ ਅੰਦੋਲਨ ਨੂੰ ਕਵਰ ਕਰਦੇ ਆਏ ਨੇ, ਤੇ ਇਹਨਾਂ ਵੱਲੋਂ ਸਾਥ ਦੱਸਿਆ ਗਿਆ ਹੈ ਕਿ ਇੱਥੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬੁਰਾੜੀ ਦਾ ਨਿਰੰਕਾਰੀ ਭਵਨ ਹੈ, ਜਿੱਥੇ ਇਹ ਕਿਸਾਨਾਂ ਨੂੰ ਧਰਨਾ ਦੇਣ ਦੀ ਪਰਮਿਸ਼ਨ ਦਿੱਤੀ ਗਈ ਹੈ। ਲੇਕਿਨ ਹੁਣ ਇਹਨਾਂ ਵੱਲੋਂ ਇੱਕ ਰਣਨੀਤੀ ਇੱਥੇ ਤਿਆਰ ਕੀਤੀ ਜਾ ਰਹੀ ਹੈ ਕਿ ਇਹ ਅੱਗੇ ਹੁਣ ਜਾਣਗੇ ਨਹੀਂ ਜਾਣਗੇ। ਇਹਨਾਂ ਦਾ ਮੁੱਖ ਮਕਸਦ ਜਿਹੜਾ ਹੈ ਦਿੱਲੀ ਦੀ ਸਪਲਾਈ ਨੂੰ ਬਾਧਿਤ ਕਰਨਾ ਹੈ, ਤੇ ਇਸੇ ਲਈ ਇਹ ਜਿਹੜੇ ਹੁਣ ਇੱਥੇ ਬੈਠ ਕੇ ਦਿੱਲੀ ਦੀ ਸਪਲਾਈ ਨੂੰ ਹੁਣ ਰੋਕਣ ਦੀ ਕੋਸ਼ਿਸ਼ ਦੇ ਵਿੱਚ ਹੈਗੇ। ਹਾਲਾਂਕਿ ਜਿਵੇਂ ਕਿ ਨਿਤਿਨ ਨੇ ਜਾਂ ਦਿਨੇਸ਼ ਜੀ ਨੇ ਦੱਸਿਆ ਕਿ ਇਹ ਜਿਹੜਾ ਅੰਦੋਲਨ ਹੈ ਇੱਕ ਵੱਡਾ ਹੀ ਰੂਪ ਧਾਰਨ ਕਰ ਚੁੱਕਿਆ ਹੈ। ਹੁਣ ਜਿਹੜੇ ਕਿਸਾਨ ਜਿਹੜੇ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕਰ ਰਹੇ ਸੀ, ਹੁਣ ਜਿਹੜਾ ਰਸਤਾ ਅਪਣਾਇਆ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਕਿਸਾਨ ਕਿਸੇ ਵੀ ਹੱਦ ਤੱਕ ਜਾ ਕੇ ਜਿਹੜੀ ਆਪਣੀ ਮੰਗਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰਨਗੇ। ਤੇ ਇਸੇ ਲਈ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਜਿਹੜੇ ਹਲੇ ਰਸਤੇ ਦੇ ਵਿੱਚ ਹੈਗੇ, ਜਿਹੜੇ ਕਿ ਇੱਥੇ ਪਹੁੰਚ ਰਹੇ, ਤੇ ਇਹਨਾਂ ਨੇ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਘੁੱਟਣੇ ਟੇਕਣ ਨੂੰ ਮਜਬੂਰ ਕਰਨਾ, ਇਹੀ ਇਹਨਾਂ ਦੀ ਮਨਸ਼ਾ ਵੀ ਹੈ। ਦਿੱਲੀ ਸਿੰਧੂ ਬਾਰਡਰ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।